Super Hits 93.5 Red FM. This is Dilwali Guri RJ Prachi. What's up, people? Fun, मजे मस्ती मजाक next level हम करते रहते हैं. Right now we are talking about Red and D Shuffle, जहाँ पे हर रोज ਜਿੱਥੇ ਹਰ ਰੋਜ਼ ਆਪਾਂ ਨਵੇਂ ਇੰਡੀਪੈਂਡੈਂਟ ਆਰਟਿਸਟ ਤੇ ਉਹਨਾਂ ਦੇ ਗਾਣਿਆਂ ਨੂੰ ਪ੍ਰੀਮੀਅਰ ਕਰਦੇ ਹਾਂ, ਸੀਨ ਸੈੱਟ ਕਰਦੇ ਹਾਂ, ਨੈਕਸਟ ਲੈਵਲ ਕਰਦੇ ਹਾਂ. ਐਂਡ ਟੁਡੇ ਆਈ ਹੈਵ ਵਿਦ ਮੀ ਐਸ਼ਲਿਨ ਬੈਂਸ ਐਂਡ ਸੰਦੀਪ ਵਿਰਕ ਇਨ ਦ ਹਾਊਸ. ਵੈਲਕਮ ਗਰਲਸ. ਕਿੱਦਾਂ ਹਾਲ ਚਾਲ ਕੁੜੀਓ? ਹਾਂਜੀ ਹਾਂਜੀ ਮੈਮ ਵਧੀਆ, ਤੁਸੀਂ ਦੱਸੋ? ਸੀਨ ਸੈੱਟ ਹੈ ਤੁਹਾਡੇ ਦੋਨਾਂ ਦੇ? ਬਿਲਕੁਲ ਜੀ, ਤੁਹਾਡੇ ਕੋਲ ਆ ਕੇ ਵੈਸੇ ਹੀ ਸੈੱਟ ਹੋ ਗਿਆ ਕਿਉਂਕਿ ਇੰਨਾ ਅੱਛਾ ਵਿਊ ਹੈ ਤੁਹਾਡੇ ਸਟੂਡੀਓ ਤੋਂ. ਜੀ ਜੀ ਸੀਨ ਤਾਂ ਸੈੱਟ ਹੀ ਹੈ. ਕੀ ਬਾਤ ਹੈ, ਕੀ ਬਾਤ ਹੈ. ਬਹੁਤ ਵਧੀਆ ਲੱਗ ਰਿਹਾ, ਬਹੁਤ ਘੈਂਟ ਲੱਗ ਰਿਹਾ ਮੈਨੂੰ. ਤੁਸੀਂ ਦੋਨੋਂ ਏਦਾਂ ਆਏ ਹੋ ਅੱਜ ਤੇ ਤੁਹਾਡਾ ਗਾਣਾ ਦ ਫੋਕ ਵਾਈਬ ਇਜ਼ ਸੁਪਰ ਆਸਮ ਯਾਰ. ਜਦੋਂ ਮੈਂ ਸੁਣਿਆ ਮੈਂ ਕਿਹਾ ਯਾਰ ਇਹ ਤਾਂ ਬਹੁਤ ਘੈਂਟ ਗਾਣਾ ਹੈ, ਇਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਨਾ. ਤੇ ਵੈਲਕਮ ਹੈ ਤੁਹਾਡਾ ਵਾਂਸ ਅਗੇਨ ਦੋਨਾਂ ਦਾ. ਥੈਂਕ ਯੂ, ਮਿਹਰਬਾਨੀ ਸ਼ੁਕਰੀਆ ਜੀ. ओके, फर्स्ट ऑफ ऑल चितकारा वाला कनेक्शन है आपने दोनों का, है ना. सीनियर दीदी मेरी हमेशा ਵੇਖਦੇ ਹੁੰਦੀ ਸੀ, है ना. ਸੈਂਡੀ ਦੀ ਨੂੰ ਮੈਨੂੰ ਸੈਂਡੀ ਦੀ ਦੇ ਨਾਮ ਤੋਂ ਯਾਦ ਹੈ, ਅੱਜ ਵੀ ਨੰਬਰ ਸੇਵਡ ਹੈ ਤੁਹਾਡਾ. ਤੇ ਬਹੁਤ ਵਧੀਆ ਲੱਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਤੁਹਾਡਾ ਗਾਣਾ ਆਇਆ ਹੈ ਨਾ. ਤੇ ਏਦਾਂ ਕਰਕੇ ਤੁਹਾਡੀ ਸਟੋਰੀ ਮੈਨੂੰ ਬਹੁਤ ਘੈਂਟ लगी. सारा कुछ दसांगे एक एक करके, है ना. एक एक करके हम सबको धीरे धीरे बताएंगे क्योंकि ये इंटरव्यू 36 सिटीज में चलना है. हम इसको हिंदी पंजाबी मिक्स टाइप रखेंगे, है ना. और वेलकम हमने आपका कर दिया हुआ है. सबसे पहले रेड एंड डी शफल की अगर बात करें, ये एक ऐसा प्लेटफॉर्म है जहाँ पे हम हर रोज नए इंडिपेंडेंट आर्टिस्ट है जो उनके गानों को प्रीमियर करते हैं. तो कैसा लगा, पहले तो आप मुझे ये बताओ. इनिशिएटिव, हाउ इज द इनिशिएटिव? इट्स रियली अमेजिंग. मतलब नए जो आर्टिस्ट हैं उनको रास्ता नहीं मिलता है कहाँ जाएं कहाँ नहीं. एंड इट्स रियली ग्रेट इनिशिएटिव. मैं कहूँगी कि रेड एफएम बहुत ਵਧੀਆ ਕੰਮ ਕਰ ਰਿਹਾ एंड keep growing and keep on doing the good stuff. ਥੈਂਕ ਯੂ ਸੋ ਵੈਰੀ ਮਚ. ਮੈਨੂੰ ਲੱਗਦਾ ਤੁਸੀਂ ਵੀ ਇਦਾਂ ਦਾ ਹੀ ਕੰਮ ਕਰ ਰਹੇ ਹੋ, ਹੈ ਨਾ. ਤੁਸੀਂ ਵੀ ਇਦਾਂ ਜੋ ਵੀ ਇੰਡੀਪੈਂਡੈਂਟ ਆਰਟਿਸਟ ਹੈ ਉਹਨਾਂ ਨੂੰ ਸਪੋਰਟ ਕਰ ਰਹੇ ਹੋ ਤੇ ਉਸ ਤਰੀਕੇ ਨਾਲ ਤੁਹਾਡੀ ਵੀ ਜਰਨੀ ਚੱਲ ਰਹੀ ਹੈ. ਐਂਡ ਦੈਟ ਇਜ਼ ਵਾਈ ਆਈ ਥਿੰਕ ਜਿੱਥੇ ਕਨੈਕਸ਼ਨ ਹੁੰਦਾ ਨਾ ਉੱਥੇ ਸੀਨ ਆਪੇ ਆਪ ਸੈੱਟ ਹੋ ਜਾਂਦਾ ਹੈ ਨਾ. ਤਾਂ ਹੀ ਆਪਾਂ ਇਦਾਂ ਕਰਕੇ ਮਿਲ ਗਏ. ਮੈਨੂੰ ਲੱਗਦਾ ਬਿਲਕੁਲ ਵਿਦ ਗੋਡ ਗ੍ਰੇਸ. ਮੈਨੂੰ ਲੱਗਦਾ ਕਿ ਇਨਸਾਨ ਹੀ ਇਨਸਾਨ ਦੀ ਬਾਂਹ ਬਣਦਾ ਤੇ ਜੇ ਆਪਾਂ ਨੇ ਇੱਕ ਦੂਜੇ ਨੂੰ ਸਪੋਰਟ ਕਰਾਂਗੇ ਤਾਂ ਕੌਣ ਕਰੇਗਾ ਇੱਥੇ ਆ ਕੇ. ਸੋ ਇਟਸ ਆਲਵੇਜ਼ ਗੁੱਡ ਟੂ ਇਨੀਸ਼ੀਏਟ ਦ ਥਿੰਗਸ. ਕਹਿੰਦੇ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉਗਣ ਵਾਲੇ ਤਾਂ ਉਗ ਜਾਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ. ਮੰਜ਼ਲ ਦੇ ਮੱਥੇ ਤੇ ਤਖਤੀ ਉਹਨਾਂ ਦੀ ਉਹ ਲੱਗਦੀ ਹੈ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਕਦਮਾਂ ਦਾ. ਕੀ ਬਾਤ ਹੈ ਜੀ, ਕੀ ਬਾਤ ਹੈ. ਇਹ ਤੁਹਾਡੇ ਅੰਦਰੋਂ ਕਿੱਦਾਂ ਨਿਕਲ ਜਾਂਦੀ ਹੈ ਮਤਲਬ ਸਾਰੀਆਂ ਗੱਲਾਂ? ਇਹ ਬਚਪਨ ਤੋਂ ਹੀ ਹੈਗੀਆਂ ਵਿੱਚ ਬੜੀਆਂ ਹੋਈਆਂ ਜਾਂ ਇੱਕਦਮ ਜੇ ਮਤਲਬ ਕਿੱਦਾਂ ਹੋ ਜਾਂਦਾ ਤੁਹਾਡੇ ਤੋਂ? ਇਹ ਐਕਚੁਅਲੀ ਮੈਂ ਆਈ ਐਮ ਮੈਨੇਜਿੰਗ ਸਿੰਧੂ ਸੱਤੀ ਮੈਮ ਆਲਸੋ. ਮਤਲਬ ਆਪਣੇ ਪੰਜਾਬ ਦੇ ਬਹੁਤ ਵੱਡਾ ਨਾਮ ਆ. ਜੇ ਆਪਾਂ ਐਂਕਰਿੰਗ ਦੀ ਗੱਲ ਕਰੀਏ ਜਾਂ ਸਟੇਜ ਦੀ ਗੱਲ ਕਰੀਏ, ਸ਼ਾਇਰੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਨਾਮ ਆਟੋਮੈਟਿਕਲੀ ਆ ਜਾਂਦਾ ਵਿੱਚ. ਸੋ ਮੈਨੂੰ ਇਟਸ ਬੀਨ 7 years ਆਈ ਐਮ ਵਰਕਿੰਗ ਵਿਦ ਹਰ. ਤੇ ਉਹ ਜਦੋਂ ਸਟੇਜ ਤੇ ਚੜ੍ਹਦੇ ਨਾ ਤਾਂ ਉਹਨਾਂ ਨੂੰ ਸ਼ੇਰ ਆਪੇ ਆਉਣੇ ਸ਼ੁਰੂ ਹੋ ਜਾਂਦੇ ਆ. ਸੋ ਮੈਨੂੰ ਲੱਗਦਾ ਕਿ 10% ਉਹਨਾਂ ਦੀ ਜਿਹੜੀ ਵਾਈਬ ਆ ਹੌਲੀ ਹੌਲੀ ਆਉਣੀ ਸ਼ੁਰੂ ਹੋ ਗਈ ਆ ਤਾਂ ਸ਼ੇਰ ਆਪੇ ਯਾਦ ਆ ਜਾਂਦੇ ਆ. ਅੱਛਾ, ਆਪੇ ਆਪ ਹੀ ਮਤਲਬ ਅੰਦਰੋਂ ਬਿਲਕੁਲ ਬਾਹਰ ਨਿਕਲ ਜਾਂਦਾ ਸਾਰਾ ਕੁਝ. ਬਿਲਕੁਲ ਅੰਦਰੋਂ ਬਾਹਰ ਨਿਕਲ ਜਾਂਦਾ. ਕੀ ਬਾਤ ਹੈ. ਤੁਹਾਡੇ ਗਾਣੇ ਦੀ ਸਟੋਰੀ ਬਹੁਤ ਘੈਂਟ ਹੈ ਯਾਰ. ਤੇ ਬਹੁਤ ਵੱਡਾ ਇੱਕ ਕਹਿੰਦੇ ਨੇ ਜਿਹਨੂੰ ਕੋਇਨਸੀਡੈਂਸ ਹੁੰਦਾ ਹੈ ਨਾ, ਸੱਚੀ ਹੁੰਦਾ ਹੈ ਤੇ ਉਹ ਪੋਜ਼ਿਟਿਵ ਵਾਲਾ ਵੀ ਹੁੰਦਾ ਹੈ ਨਾ. ਬਿਲਕੁਲ. ਤੇ ਮਤਲਬ ਕਿੱਦਾਂ ਹੋਇਆ? ਮੈਂ ਆਦੇ ਮੂੰਹ ਚੋਂ ਨਹੀਂ ਦੱਸ ਜਾਂਦੀ, ਮੈਂ ਜਾਣਦੀ ਹਾਂ ਕਿ ਐਸ਼ਲਿਨ ਤੁਸੀਂ ਦੱਸੋ ਜੀ ਪਲੀਜ਼ ਜੀ ਸਟੋਰੀ. ਜ਼ਰੂਰ. ਸੋ ਸਭ ਤੋਂ ਪਹਿਲਾਂ ਤਾਂ ਰੈਡ ਐਫਐਮ ਦਾ ਬਹੁਤ ਬਹੁਤ ਧੰਨਵਾਦ ਤੇ ਥੈਂਕ ਯੂ ਮੈਮ. ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ. ਸੋ ਉਹ ਕਹਾਣੀ ਇੱਦਾਂ ਹੋਈ ਕਿ ਮੈਂ ਸਿਕਿਉਰਿਟੀ ਐਜ਼ ਅ ਹੈਡ ਗਾਰਡ ਹੈ ਨਾ ਕੰਮ ਕਰਦੀ ਸੀ, ਸਿਕਿਉਰਿਟੀ ਗਾਰਡ ਦਾ. ਅਤੇ ਉੱਥੇ ਮੈਨੂੰ ਇੱਕ ਨਾ ਸ਼ੇਅਰ ਮਿਲਿਆ ਹੈ ਨਾ, ਜਿੱਦਾਂ ਪਹਿਲਾ ਆਪਣਾ ਪੈਰਾ ਹੈਗਾ ਵਾ ਅਤੇ ਉਹ ਲਿਖਿਆ ਸੀਗਾ ਸੰਦੀਪ ਘੁੰਮਣ ਜੀ ਨੇ, ਯੂਨੀਵਰਸਿਟੀ ਤੋਂ ਨੇ. ਅਤੇ ਮੈਂ ਉਹਨਾਂ ਦਾ ਲਿਖਿਆ ਉਹਨਾਂ ਨੂੰ ਸੈਂਡ ਕਰਨਾ ਸੀਗਾ ਦਰਅਸਲ ਹੈ ਨਾ. ਅਤੇ ਉਹ ਬਾਈ ਮਿਸਟੇਕ ਦੀਦੀ ਨੂੰ ਸੈਂਡ ਹੋ ਗਿਆ, ਸੰਦੀਪ ਵਿਰਕ ਨਾ. ਸਿਰਫ ਮੈਂ ਸੰਦੀਪ ਪੜ੍ਹਿਆ, ਹੋਰ ਕੁਛ ਨਹੀਂ ਪੜ੍ਹਿਆ ਮੈਂ. ਅਤੇ ਉਹ ਸੈਂਡ ਹੋ ਗਿਆ. ਉਹ ਜਿੱਦਾਂ ਹੀ ਸੈਂਡ ਹੋਇਆ ਅਤੇ ਮੈਨੂੰ ਦੀਦੀ ਕਾਲ ਆ ਗਈ. ਉਦੋਂ ਮੇਰਾ ਨੰਬਰ ਸੀਗਾ ਉੱਥੇ. ਅਤੇ ਦੀਦੀ ਮੈਨੂੰ ਕਹਿੰਦੇ ਕਿ ਐਸ਼ਲਿਨ, ਮੈਂ ਕਿਹਾ ਹਾਂਜੀ ਦੀ. ਕਹਿੰਦੇ ਕਿ ਤੁਸੀਂ ਮੈਨੂੰ ਇੱਕ ਚੀਜ਼ ਭੇਜੀ ਆ. ਮੈਂ ਕਿਹਾ ਸੌਰੀ ਦੀ. ਮੈਨੂੰ ਲੱਗਿਆ ਕਿ ਸ਼ਾਇਦ ਹੈ ਨਾ ਕਿ ਮਤਲਬ ਨਹੀਂ ਚੰਗਾ ਲੱਗਦਾ ਹੁੰਦਾ ਕਿਸੇ ਨੂੰ ਕਿ ਮੈਨੂੰ ਕੋਈ ਚੀਜ਼ ਭੇਜੀ ਹੈ ਨਾ. ਮੈਂ ਕਿਹਾ ਸੌਰੀ ਦੀ, ਵੀ ਮੈਂ ਬਾਈ ਮਿਸਟੇਕ ਭੇਜੀ ਗਈ ਹੋਊਗੀ ਪਰ ਮੈਂ ਨਹੀਂ ਭੇਜੀ. ਅਤੇ ਕਹਿੰਦੇ ਤੁਸੀਂ ਇੱਕ ਵਾਰੀ ਆਪਣੇ ਇੰਸਟਾਗ੍ਰਾਮ ਚੈੱਕ ਕਰੋ. ਅਤੇ ਮੈਂ ਡਰਦੇ ਨਾ ਇੰਸਟਾਗ੍ਰਾਮ ਚੈੱਕ ਕੀਤਾ. ਅਤੇ ਉਹ ਜਦੋਂ ਮੈਂ ਇੰਸਟਾਗ੍ਰਾਮ ਦਾ ਉਹ ਦੀਦੀ ਵਾਲਾ ਹੈ ਨਾ ਫੋਲਡਰ ਖੋਲ੍ਹਿਆ ਅਤੇ ਇੱਕਦਮ ਮੇਰੇ ਪੈਰਾਂ 'ਚੋਂ ਜ਼ਮੀਨ ਅਤੇ ਮੇਰੇ ਅੱਖਾਂ 'ਚੋਂ ਪਾਣੀ ਕਿ ਮੈਂ ਕਿ ਹੋ ਕਿਵੇਂ ਗਿਆ. ਉਹ ਕਾਰਨ ਇਹ ਸੀਗਾ ਕਿ ਜਦੋਂ ਮੈਂ ਦੀਦੀ ਥੋੜ੍ਹੀ ਜਿਹੀ ਪ੍ਰੋਫਾਈਲ ਚੈੱਕ ਕੀਤੀ ਅਤੇ ਮੈਨੂੰ ਬਹੁਤ ਖੁਸ਼ੀ ਹੋਈ. ਅਤੇ ਉਦੋਂ ਬਾਅਦ ਜਦੋਂ ਮੈਂ ਆਪਣੇ ਪੰਜਾਬੀ ਸਿੰਗਰ ਨੇ ਅਨਮੋਲ ਗਗਨਮਾਨ ਜੀ, ਜਦੋਂ ਉਹਨਾਂ ਨੇ ਮੇਰੀ ਸਟੋਰੀ ਸ਼ੇਅਰ ਕੀਤੀ ਅਤੇ ਮਤਲਬ ਮੈਨੂੰ ਨਾ ਮੇਰੇ ਨਾਲ ਸੀਗਾ ਜਿਹੜਾ ਪਾਰਟਨਰ, ਮੈਂ ਉਹਨੂੰ ਕਿਹਾ ਕਿ ਮੈਨੂੰ ਪਾਣੀ ਪੂਣੀ ਦਿਓ. ਮਤਲਬ ਮੈਨੂੰ ਇੰਨਾ ਕੁ ਜ਼ਿਆਦਾ ਹੋਇਆ ਕਿ ਮੈਂ ਸੋਚਿਆ ਨਹੀਂ ਸੀ ਕਦੀ ਕਿ ਇੱਦਾਂ ਕੁਛ ਵੀ ਹੋਊਗਾ. ਅਤੇ ਉਸ ਤੋਂ ਬਾਅਦ ਫਿਰ ਮੈਂ ਦੀਦੀ ਨੂੰ ਫੋਨ ਕੀਤਾ. ਦੀਦੀ ਫਿਰ ਮੈਨੂੰ ਕਹਿੰਦੇ ਕਿ ਐਸ਼ਲਿਨ ਤੁਸੀਂ ਥੋੜ੍ਹੀ ਦੇਰ ਪਹਿਲਾਂ ਕਿਹਾ ਸੀ ਕਿ ਸੌਰੀ ਹੈ ਨਾ, ਗਲਤੀ ਹੋ ਗਈ. ਮੈਂ ਕਿਹਾ ਨਹੀਂ ਦੀ, ਹੁਣ ਮੈਂ ਗਲਤੀ ਨਹੀਂ ਕਹਿ ਸਕਦੀ. ਹੁਣ ਮਤਲਬ ਰੱਬ ਵੱਲੋਂ ਕੋਈ ਸਬੱਬ ਬਣਿਆ ਹੈ ਨਾ, ਅਤੇ ਹੁਣ ਮੈਂ ਕਿਹਾ ਮੈਂ ਗਲਤੀ ਨਹੀਂ ਕਹੂੰਗੀ. ਮੈਂ ਮਤਲਬ ਮਾਲਕ ਵੱਲੋਂ ਕੋਈ ਬਖਸ਼ੀ ਹੈ ਨਾ ਕੋਈ
ਹੋ ਸਕਦੀ ਤੁਹਾਨੂੰ ਹੈ। ਐ ਲੱਗਿਆ ਵੀ ਇੱਕਦਮ ਜੇ ਵਕਤ ਬਦਲ ਗਿਆ, ਜੀ, ਜਜ਼ਬਾਤ ਜੀ, ਬਦਲ ਗਏ, ਬਹੁਤ ਜ਼ਿਆਦਾ, ਹਾਂਜੀ, 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 ਹਾਂਜੀ। ਕੀ ਬਾਤ ਹੈ, ਸੁਪਰ ਅਮੇਜ਼ਿੰਗ। ਤੇ ਉਹ ਕਿੱਸਾ ਅੱਜ ਵੀ ਮੈਨੂੰ ਸੁਣ ਕੇ ਨਾ, ਮਤਲਬ ਤੁਸੀਂ ਅੱਜ ਉਹਨੂੰ ਯਾਦ ਕਰਵਾਇਆ ਤੇ ਉਹ ਮੈਨੂੰ ਸਾਰਾ ਬਿਲਕੁਲ ਉਦਾਂ ਹੀ ਯਾਦ ਆ ਗਿਆ ਕਿ ਹਨਾ ਕਿਵੇਂ ਕਿਵੇਂ ਹੋਇਆ ਸੀਗਾ ਜੀ। है ना, वो भी रोंगटे मन लगता है, खड़े हुए गूज बम्स खड़े हुए जी, हैं, जी, जी, पुरानी बिल्कुल, गल्लां बिल्कुल, याद कर लिया। बिल्कुल। अगर हिंदी में बात करें तो अगर ब्रीफ में हिंदी में अगर स्टोरी बताना चाहें तो प्लीज एक बार वो भी हो जाए। हिंदी में स्टोरी अगर हम बताना चाहें तो बेसिकली हुआ ऐसे कि एशलिन ने वैसी वीडियो रिकॉर्ड की. शी वाज ऑन द जॉब, शी वाज वर्किंग एज अ सिक्योरिटी मैनेजर एट द सोसाइटी एंड ठंड के दिन थे. शी वाज वेयरिंग द जैकेट ऑल्सो एंड शी रिकॉर्डेड द सॉन्ग. उन्होंने अपने फ़ोन पे रिकॉर्ड किया, ऐसे सेल्फी वीडियो बनाई और उन्होंने भेजना था वो संदीप घुमन जो हैं जिन्होंने ये गाना लिखा है बेसिकली, एंड शी सेंट इट टू मी बाय मिस्टेक. माई नेम इज़ संदीप वर्क एंड उन्होंने भेजना संदीप घुमन को था और वो मुझे भेज दिया. एंड व्हेन आई शेयर्ड इट इन माई स्टोरी, मुझे टचवुड मतलब काफ़ी आर्टिस्ट आई एम वर्किंग विद इन द पंजाबी इंडस्ट्री, तो आई एम मैनेजिंग देम. तो मेरी स्टोरी जैसी अनमोल गगन मान जी ने देखी, मुझे फ़ोन आया उनका एंड शी वॉज लाइक कि संदीप भी कुड़ी कौन है. मैं कि जी इदा इदा मैनू इंस्टाग्राम तो पता लग गया सी. तो शी वॉज लाइक कि संदीप मुझे भी भेजो एंड शी शेयर्ड इट हर सेल्फ. उन्होंने भी शेयर की एंड नेक्स्ट डे शी टोल्ड मी कि आप बुला लो एशलिन को. एंड उसी विद इन 7 to 8 days शी स्टार्टेड वर्किंग विद हर एज अ बैक वोकलिस्ट अनमोल गगन मान जी के साथ. तो इन्होंने स्टेज भी किया है उनके साथ एंड वही है, धीरे धीरे बंदा निखरता है एंड ऐसे बस हम लोग मिल गए एंड वी मेड इट हैपन. और अब आप दोनों ने मिलकर ये जो फोक वाइब बनाई है, अब इस फोक वाइब के बारे में बताओ मुझे. जी जी जी. फोक वाइब बेसिकली पंजाब की बात की गई है इसमें. अगर आप फीलिंग्स की बात की गई है, इमोशंस की बात की गई है, रावी की बात की गई है, चिनाब की बात की गई है, लाहौर की बात की गई है. सो ये हमारा एक ट्रेडिशन है कि पंजाबी टप्पे बड़े फेमस होते थे पहले ज़माने में. सो वी थॉट कि कुछ नया किया जाए, मिक्स एंड मैच ऑफ अर्बन म्यूजिक विद द ओल्ड स्टफ. सो टप्पे हैं, साथ में म्यूजिकल वाइब्स है, म्यूजिक बड़ा अच्छा दिया है. दमन, मतलब मैं ये कहूँगी कि आई एम वेरी ब्लेस्ड विद द गुड पीपल अराउंड. हमने ऐसी गाना बना दिया. आई नेवर थॉट ऑफ कि दे गाइज आर वेरी सपोर्टिव टू मी. उन्होंने मुझे दूसरी बार नहीं पूछा कि दीदी किमें करिए ना, फाइनेंसेस और समथिंग. सो आई एम वेरी ब्लेस्ड विद द टीम. इवन संदीप जिन्होंने लिरिक्स लिखे हैं, मैंने उनको कहा कि आप पूरे गाने लिख के दो हमें, पूरा गाना, और उन्होंने भेज दिया. बस ऐसे ही बैठे बैठे हमने गाना बनाया, वीडियो बनाई एंड इट्स इन फ्रंट ऑफ ऑल ऑफ. क्या बात है, सुपर अमेजिंग. और हम बहुत एक्साइटेड है इस गाने को प्रीमियर करने के लिए. 36 सिटीज में ये गाना प्रीमियर हो रहा है. फीलिंग कैसी आ रही है दिल के अंदर? अमेजिंग अमेजिंग. रेड एफएम बहुत इनिशिएटिव्स अच्छे अच्छे लेता रहता है एंड वी आर वेरी थैंकफुल टू रेड एफएम कि हम लोगों की जो आवाज़ है वो पूरे इंडिया तक पहुंचने वाली है. सो मतलब क्या ही कह सकते हैं, मतलब कुछ वर्ड्स ही नहीं है हमारे पास. जी एक सेकंड रुकना बस. ये सिस्टम ये देखना है गौतम, ये क्या हो रहा है, इसको बंद हो रहा है, चल रहा है, बंद हो रहा है, चल रहा है. ये कर रही हूं ये वाली स्क्रीन, ये देखियो पीछे से कोई ये बटन वो करियो, थोड़ा कसियो, क्या पता कुछ यहाँ से हो, है ना. हाँ यही था. हाँ मैंने कहा कहीं ये इंटरव्यू ना होने जाए. गाने सुन लेना दो दिन. अभी करेंगे. ओके तो ऐसा करते हैं, गाना सुनते हैं, उसके बाद म्यूजिकल जर्नी के बारे में बात करते हैं, ठीक है जी. क्या बात है, सुपर अमेजिंग. सो आई वुड लव कि एशलिन चाका दो वट्टे नाप दो खिल्ली गाना हो जाए, द फोक वाइब वाला, ठीक है. बिल्कुल बिल्कुल. हो फुल छपड़ी च तरे जाना माही वे, फुल छपड़ी च तरे जाना, कच्चे सब झड़ जाने हैं, कच्चे सब झड़ जाने, संग पक्कियां ने खड़ जाना माही वे, संग पक्कियां ने खड़ जाना माही वे, संग पक्कियां ने खड़ जाना. क्या बात है, क्या बात है, सुपर अमेजिंग. गाना आपने सुना दिया है. आई वुड ऑल्सो लव टू नो अबाउट योर म्यूजिकल जर्नी, कि बचपन से ही म्यूजिक का शौक था. कब कैसे अंदर से पता चला कि मैं अच्छा गाती हूँ और मैं इसमें अपना करियर भी बना सकती हूँ? जी. हाउ डिड यू गेट टू नो अबाउट जी इट? जी जी.
ਮੈਂ ਬਚਪਨ ਤੋਂ ਹੀ ਗਾਉਂਦੀ ਆ ਰਹੀ ਹਾਂ, ਹੈ ਨਾ। ਮੇਰੇ ਪਾਪਾ ਗਾਉਂਦੇ ਸੀਗੇ ਦਰਅਸਲ ਪਹਿਲਾਂ, ਅਤੇ ਉਹ ਛੋਟੇ ਹੁੰਦੇ ਤੁਹਾਨੂੰ ਪਤਾ ਕਿ ਜਿਵੇਂ ਹੈ ਨਾ ਘਰ 'ਚ ਮਾਹੌਲ ਹੁੰਦਾ ਵਾ। ਮੇਰੇ ਪਾਪਾ ਢਾਡੀ ਸੀਗੇ, ਅਤੇ ਉਹਨਾਂ ਕੋਲੋਂ ਦੇਖ ਦੇਖ ਕੇ ਫਿਰ ਮੈਨੂੰ ਲੱਗਿਆ ਕਿ ਹੈ ਨਾ ਇੱਕ ਸ਼ੌਂਕ ਹੁੰਦਾ ਅੰਦਰੋਂ, ਹੈ ਨਾ। ਅਤੇ ਉਹ ਫਿਰ ਆਪਾਂ ਮਤਲਬ ਇੱਦਾਂ ਮੈਂ ਗਾਉਣਾ ਛੋਟੇ ਹੁੰਦੇ, ਫਿਰ ਸਕੂਲ ਲੈਵਲ 'ਤੇ, ਫਿਰ ਕਾਲਜ ਲੈਵਲ 'ਤੇ, ਇੱਦਾਂ ਫਿਰ ਗਾਉਂਦੇ ਗਏ। ਅਤੇ ਕਾਲਜ 'ਚ ਆ ਕੇ ਮੈਨੂੰ ਲੱਗਿਆ ਕਿ ਥੋੜ੍ਹਾ ਜਿਹਾ ਕਿ ਮੈਂ ਮਤਲਬ ਮੈਂ ਇਹੀ ਕੁਛ ਹੀ ਕਰਨਾ, ਹੈ ਨਾ, ਵੀ ਕੁਛ ਵੀ ਹੋ ਜੇ, ਪਤਾ ਨਹੀਂ ਸੀ ਸਟੱਡੀ ਵੀ ਕਿੱਦਾਂ ਹੋ ਗਈ, ਮੈਨੂੰ ਨਹੀਂ ਪਤਾ, ਕਿ ਮੈਂ ਗਾਉਣਾ ਹੀ ਆ ਬਸ। ਮਤਲਬ ਇੰਨਾ ਕੁ ਜਨੂੰਨ ਸੀਗਾ ਕਿ ਹਰ ਤਰੀਕੇ ਨਾਲ ਕੋਸ਼ਿਸ਼ ਕੀਤੀ। ਅਤੇ ਫਿਰ ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਜਿੰਨਾ ਕੁ ਆਪਣੇ ਹੈ ਨਾ ਫਾਈਨੈਂਸ਼ਲੀ ਤੌਰ 'ਤੇ ਨਹੀਂ ਸੀ ਇੰਨੀ ਸਪੋਰਟ ਕਿਸੇ ਦੀ, ਅਤੇ ਫਿਰ ਆਪਣੀ ਬਿਹਾਫ 'ਤੇ ਜਿੰਨਾ ਕੁ ਵੀ ਹੁੰਦਾ ਰਿਹਾ, ਫਿਰ ਮਿਹਨਤ ਕਰਦੇ ਜੀ। ਤੇ ਇੱਕ ਦਿਨ ਮਤਲਬ ਸੀਨ ਏਦਾਂ ਹੋ ਗਿਆ ਕਿ ਗਲਤ ਮੈਸੇਜ ਪਹੁੰਚ ਕੇ ਜੀ send ਹੋ ਗਿਆ। ਮੈਂ ਬਿਲਕੁਲ ਬਹੁਤ ਸ਼ੁਕਰਗੁਜ਼ਾਰ ਹਾਂ ਸਭ ਤੋਂ, ਹੈ ਨਾ, ਸਭ ਤੋਂ ਜ਼ਿਆਦਾ ਸੰਦੀਪ ਦੀ ਕਿਉਂਕਿ ਜਿੱਥੋਂ ਤੱਕ ਅੱਜ ਮੈਂ ਬੈਠੀ ਹਾਂ, ਮੈਨੂੰ ਲੱਗਦਾ ਨਹੀਂ ਸੀ ਕਿ ਮੇਰੀ ਹੈ ਨਾ ਹੋਣੀ ਸੀਗੀ ਇੱਥੋਂ ਤੱਕ। ਮਤਲਬ ਬਹੁਤ ਲੰਮੇ ਹੈ ਨਾ ਰਸਤੇ ਸੀਗੇ, ਅਤੇ ਜੇ ਅੱਜ ਵੀ ਇੱਥੇ ਬੈਠੀ ਹਾਂ ਮੈਂ, ਅਤੇ ਹੈ ਨਾ ਸੰਦੀਪ ਦੀਦੀ ਕਰਕੇ ਆ, ਨਹੀਂ ਤਾਂ ਅਦਰਵਾਈਜ਼ ਮੈਨੂੰ ਨਹੀਂ ਸੀ ਕੋਈ ਜਾਣਦਾ ਜੀ। ਬਿਲਕੁਲ ਐਬਸੋਲੂਟਲੀ ਸੰਦੀਪ, ਯੂ نو ਸ਼ਾਊਟ ਆਊਟ ਟੂ ਯੂ ਐਂਡ ਹੈਟਸ ਆਫ ਟੂ ਯੂ ਕਿ ਤੁਸੀਂ ਇੰਨਾ ਵਧੀਆ ਸਪੋਰਟ ਕਰ ਰਹੇ ਹੋ, ਹੈ ਨਾ, ਇੰਡੀਪੈਂਡੈਂਟ ਆਰਟਿਸਟ ਨੂੰ, ਹੈ ਨਾ। ਐਂਡ ਮੈਨੂੰ ਲੱਗਦਾ ਹੈ ਕਿ ਤੁਸੀਂ ਆਪ ਹੀ ਹੁਣੇ ਆਪਾਂ ਸਪੋਕਨ ਵਰਡ ਦੀ ਗੱਲ ਕਰ ਰਹੇ ਸੀ, ਹੈ ਨਾ, ਜਿਹਦੇ ਬਾਰੇ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਜਿੱਦਾਂ ਦੱਸ ਰਹੇ ਸੀ ਪੰਜਾਬ 'ਚ ਕੋਈ ਵੀ ਹੈਗਾ, ਕੁੜੀਆਂ 'ਚ ਨਾ ਹੀ ਮੁੰਡਿਆਂ 'ਚ ਜ਼ਿਆਦਾ, ਹੈ ਨਾ। ਇਹ ਐਕਚੁਅਲ ਦੇ ਵਿੱਚ ਪ੍ਰਾਚੀ ਜੇ ਆਪਾਂ ਗੱਲ ਕਰੀਏ, ਸਪੋਕਨ ਵਰਡ ਆਰਟਿਸਟ ਦਾ ਨਾ ਟ੍ਰੈਂਡ ਨਹੀਂ ਹੈਗਾ ਇੱਥੇ। ਮਤਲਬ ਲੋਕਾਂ ਨੂੰ ਪਤਾ ਨਹੀਂ ਹੈ ਆਪਣਾ ਜਿਹੜਾ ਪੰਜਾਬ ਹੈ, ਆਪਣੀ ਜਿਹੜੀ ਪੋਇਟਰੀ ਹੈ, ਆਪਣੇ ਇੱਥੋਂ ਕਿੰਨੇ ਵੱਡੇ ਵੱਡੇ ਪੋਇਟ ਨਿਕਲੇ ਆ। ਜੇ ਆਪਾਂ ਅੰਮ੍ਰਿਤਾ ਪ੍ਰੀਤਮ ਜੀ ਦੀ ਗੱਲ ਕਰੀਏ, ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ, ਹੋਰ ਵੀ ਸਾਹਿਰ ਲੁਧਿਆਣਵੀ ਦੀ ਗੱਲ ਕਰੀਏ, ਵੀ ਹੈਵ ਹਿਊਜ ਪੰਜਾਬੀ ਪੋਇਟਸ। ਬਟ ਜਿਹੜਾ ਪੰਜਾਬੀ ਪੋਇਟਰੀ ਦਾ ਟ੍ਰੈਂਡ ਹੈ, ਮਤਲਬ ਲੋਕਾਂ ਦੇ, ਇਹ ਤੁਸੀਂ ਦੇਖੋਗੇ ਬਹੁਤ ਸਾਰੇ YouTube ਚੈਨਲਸ ਬਣੇ ਹੋਏ ਨੇ ਹਿੰਦੀ ਪੋਇਟਰੀ ਦੇ ਵਿੱਚ, ਬਟ ਪੰਜਾਬੀ ਪੋਇਟਰੀ ਇਜ਼ ਵੈਰੀ ਲੈਸ ਦੀਸ ਡੇਜ਼। ਆਈ ਵਾਜ਼ ਟਾਕਿੰਗ ਟੂ ਸਮ ਓਲਡ ਪੰਜਾਬੀ ਪੋਇਟ, ਬੜੇ ਪੁਰਾਣੇ ਪੰਜਾਬੀ ਪੋਇਟ ਨੇ, ਮੈਂ ਨਾਮ ਨਹੀਂ ਮੈਂਸ਼ਨ ਕਰਾਂਗੀ, ਅਤੇ ਮੈਂ ਉਹਨਾਂ ਨਾਲ ਗੱਲ ਕਰ ਰਹੀ ਸੀ। ਉਹ ਮੈਨੂੰ ਕਹਿੰਦੇ ਮੇਰੀਆਂ ਹੁਣ ਤੱਕ 20 ਕਿਤਾਬਾਂ ਆ ਚੁੱਕੀਆਂ ਨੇ ਪੋਇਟਰੀ ਦੀਆਂ। ਬਟ ਗੱਲ ਇਹ ਹੈ ਕਿ ਅੱਜ ਕੱਲ੍ਹ ਆਪਾਂ ਕਿਤਾਬਾਂ ਪੜ੍ਹਨੀਆਂ ਘੱਟ ਕਰਤੀਆਂ ਨੇ, ਅਤੇ ਮੈਨੂੰ ਐਂ ਲੱਗਦਾ ਹੁੰਦਾ ਵੀ ਜਿਹੜੀ ਪੋਇਟਰੀ ਹੈ, ਜੇ ਆਪਾਂ ਉਹਨੂੰ ਬੋਲ ਕੇ ਅਗਲੇ ਤੱਕ ਪਹੁੰਚਾਈਏ ਤਾਂ ਉਹ ਬੈਟਰ ਆ। ਸੋ ਗਾਣੇ ਦੇ ਵਿੱਚ ਹੀ ਅਸੀਂ ਕੁਛ ਪੋਇਟਰੀ ਵੀ ਪਾਈ ਹੈ, ਮਿਕਸ ਐਂਡ ਮੈਚ ਆਫ ਦ ਪੋਇਟਰੀ। ਮੈਨੂੰ ਐਂ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ, ਜਿੱਦਾਂ ਇੱਕ ਟਾਈਮ 'ਤੇ ਪੰਜਾਬ ਦੇ ਵਿੱਚ ਰੈਪ ਦਾ ਟਰੈਂਡ ਆਇਆ ਸੀ ਨਾ, ਗਾਣੇ ਵਿੱਚ ਰੈਪ ਆਉਂਦਾ ਸੀਗਾ, ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਸਪੋਕਨ ਵਰਡ ਜਿਹੜਾ ਪੋਇਟਰੀ ਦਾ ਉਹ ਆਉਣ ਵਾਲਾ ਹੈਗਾ। ਸੋ ਇਟਸ ਅ ਰੀਲੀ ਗੁੱਡ ਥਿੰਗ, ਬਿਕਾਜ਼ ਪੋਇਟਰੀ ਨਾਲ ਤੁਸੀਂ ਇਮੋਸ਼ਨਸ ਨਾਲ ਜੁੜ ਜਾਂਦੇ ਹੋ, ਤੇ ਜਦੋਂ ਵਿੱਚ ਮਿਊਜ਼ਿਕ ਦਾ ਮਿਕਸਚਰ ਆ ਜਾਂਦਾ ਤਾਂ ਫਿਰ ਕਿਆ ਹੀ ਬਾਤ ਹੋ ਜਾਂਦੀ ਹੈ। ਸੋ ਆਈ ਥਿੰਕ ਸੋ more people should come out as a spoken word artist, ਐਂਡ ਬੜਾ ਸਕੋਪ ਹੈ ਇਹਦੇ ਵਿੱਚ। ਜੇ ਤੁਸੀਂ ਬਾਹਰਲੀਆਂ ਕੰਟਰੀਜ਼ ਦੀ ਗੱਲ ਕਰੋ, ਬੜੇ ਵੱਡੇ ਸਪੋਕਨ ਵਰਡ ਆਰਟਿਸਟ ਨੇ, ਬਟ ਸਾਨੂੰ ਇਹ ਪਤਾ ਨਹੀਂ ਕਿ ਇਹ ਵੀ ਇੱਕ ਪ੍ਰੋਫੈਸ਼ਨ ਹੈ। ਸੋ ਬਿਕਾਜ਼ ਆਰਟਿਸਟ ਤਾਂ ਇੱਕ ਆਰਟਿਸਟ ਹੁੰਦਾ ਹੈ, ਚਾਹੇ ਉਹ ਗਾਣਾ ਗਾਏ, ਚਾਹੇ ਉਹ ਕੋਈ ਇੰਸਟਰੂਮੈਂਟ ਵਜਾਏ, ਚਾਹੇ ਉਹ ਪੋਇਟਰੀ ਬੋਲੇ, ਤੁਹਾਡੇ ਜਜ਼ਬਾਤ ਨੇ। ਸੋ ਜਜ਼ਬਾਤ ਕਿਸੇ ਵੀ ਤਰੀਕੇ ਜਿਹੜੇ ਆ ਬਾਹਰ ਆ ਸਕਦੇ ਆ। ਬਿਲਕੁਲ, ਸੋ ਇਹ ਚੀਜ਼ ਹੈ। ਸਪੋਕਨ ਵਰਡ ਆਰਟਿਸਟ ਆਉਣ ਵਾਲੇ टाइम ਦੇ ਵਿੱਚ देखियो तुसी बहुत लोग की जे लेमैन की भाषा बोली है ना, अगर हम लेमैन की भाषा में बात करें तो स्पोकन आर्टिस्ट एक होता क्या है, कि मतलब स्पोकन वर्ड होता क्या है, प्लीज सबको ये समझाने की। स्पोकन वर्ड बेसिकली हम बात करें कि हम अपने जज्बातों को कैसे पोएट्री की भाषा में कहते हैं, दैट इज एग्जैक्टली इज स्पोकन वर्ड। मतलब आप पोएट्री में अपनी अल्फाज जो हैं, जज्बात जो हैं, उनको कैसे कहते हैं, दैट इज स्पोकन वर्ड, और कुछ नहीं है। बिकॉज जब एक बात सीधे तरीके से कही जाती है ना, तो वो हमको टच नहीं करती। वही बात अगर हम गा के या पोएट्री में बोलें तो अगले कहते हैं वाह वाह। अब कभी बात पे नहीं निकलता, आप हमेशा कभी भी नोटिस करना, दांत जो निकलती है वो या तो गाने पे निकलते हैं या फिर शायरी पे निकलती है कि वाह क्या बात है। अगर वही हम बात बोल के कह देंगे ऐसे सिमिलरली नॉर्मल वर्ड्स में, तो वो बात नहीं बनती। सो वही है कि बातों की बात बनाने को स्पोकन वर्ड कहते हैं। और बातें बहुत नेक्स्ट लेवल हो रही है यहाँ पे, मुझे लग रहा है सुपर अमेजिंग यार। और जितने भी लोग हमें सुन रहे हैं, मुझे लगता है आप दोनों के अगर करियर की बात करें और जर्नी की बात करें, हर एक आर्टिस्ट की अपनी एक जर्नी होती है ना, बहुत कुछ सीखा होता है। बहुत सारे ऐसे लोग भी मिले होते हैं जो बहुत ही हाँ, और बहुत सारे ऐसे लोग हैं जिनको तुमके अरे वाह क्या है ना। तो एक लर्निंग जो अभी तक के जर्नी से आपने सीखी है, और जितने भी इंडिपेंडेंट आर्टिस्ट बडिंग है, उनको अगर टिप के तौर में अगर आप देना चाहें कि एक सीख जो आपने सीखी है वो क्या होगी? राइट, मैं जो प्रोड्यूसर पॉइंट ऑफ व्यू तो कहूँ, नॉट प्रोड्यूसर एग्जैक्टली, सपोर्टिव पॉइंट ऑफ व्यू तो कहूँ, इंस्पीरेशन पॉइंट ऑफ व्यू तो कहूँ। मैंने किसी सियाने बंदे ने एक गल कही सी, कहते भी संदीप बूटा ला दो तो भुल जाओ भी वो फुल किनू दिंदा है, छां किनू दिंदा है, तो फल किनू दिंदा है। सो मेक श्योर कि ज़रूरी नहीं है कि आजकल जो लेबल्स हैं बहुत बड़े बड़े, मैं मतलब उनको ये कहना कि वो आर्टिस्ट को साइन कर लेते हैं, गाने करते नहीं हैं, ना उनको बाहर निकलने देते हैं अपने जाल से। सो मुझे ऐसे लगता है कि जो आर्ट है वो उसकी कोई बाउंडेशन नहीं है। एंड आजकल तो यूट्यूब जैसे प्लेटफॉर्म्स आ गए हैं, एवरी
रेड एफएम की मैं अगर बात करूँ, यू गाइज आर एक्सेसिबल टू एवरीवन। अभी आई वाज वाचिंग कि आपके स्टूडियो में कोई आए थे आपका शो सुन के। सो बहुत सारे प्लेटफॉर्म्स आ गए हैं। सो अब आपके ऊपर कोई बाउंडेशन नहीं है कि अगर आपको गाना करना है यू हैव टू बी फाइनेंशियली इनफ। ज़रूरी नहीं है, आजकल छोटी सी बनाई हुई वीडियो भी वायरल हो जाती हैं। सो जस्ट डू योर एफर्ट करते रहो, कुछ नहीं पता मालिक ने कदों सुन लेनी है, किस तरीके सुन लेनी है। सो कीप ऑन डूइंग द एफर्ट, दैट्स इट। मतलब मेरा यही कहना है, मतलब करते रहो, और पेशेंस मुझे लगता है बहुत जरूरी है। क्योंकि कई बार ऐसा भी होता है कि हम सोच रहे होते हैं कब आएगा मेरा टाइम, कब आएगा, पर वो आने ही वाला होता है कि कई बार हम हार मान जाते हैं, पर हार नहीं माननी है, यू हैव टू बी पेशेंट, और धीरे धीरे करके सीन सबका सेट होता है ना। ਬਿਲਕੁਲ। ਉਹ ਕਹਿੰਦੇ ਵੀ ਫਿਰ ਮੈਨੂੰ ਪੋਇਟਰੀ ਯਾਦ ਆ ਰਹੀ ਹੈ। ਚੱਕ ਦੋ ਫਿਰ। ਕਹਿੰਦੇ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ, ਰਾਹ ਦੇ ਰੋੜਿਆਂ ਨੂੰ ਰਾਹੇ ਰਾਹੇ ਪੈਣ ਦੇ, ਤੇਰੇ ਅੱਗੇ ਹੋਣਾ ਮਜਬੂਰ ਚਾਹੀਦਾ, ਰੱਬ ਆਣ ਕੇ ਪੁੱਛੇ ਉਹ ਤੈਨੂੰ ਕੀ ਚਾਹੀਦਾ। ਸੋ ਮਿਹਨਤ ਇੰਨੀ ਕੁ ਕਰੋ ਵੀ ਰੱਬ ਵੀ ਥੱਲੇ ਆ ਕੇ ਪੁੱਛਣ ਨੂੰ ਮਜਬੂਰ ਹੋ ਜਾਵੇ, ਦੱਸ ਦੇ ਯਾਰ ਤੈਨੂੰ ਚਾਹੀਦਾ ਕੀ ਹੈ। ਸੁਪਰ ਅਮੇਜ਼ਿੰਗ ਹੈ, ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡੇ ਦੋਨਾਂ ਨਾਲ ਗੱਲ ਕਰਕੇ, ਤੇ ਤੁਸੀਂ ਬਹੁਤ ਵਧੀਆ ਵਧੀਆ ਗੱਲਾਂ ਦੱਸੀਆਂ ਹੈ ਨਾ। ਤੇ ਜਾਣ ਤੋਂ ਪਹਿਲਾਂ ਇੱਕ ਹੋਰ ਗਾਣਾ ਹੋ ਜੇ ਸੋਹਣਾ ਜਿਹਾ, ਕੋਈ ਵੀ ਤੁਹਾਡਾ ਫੇਵਰੇਟ ਹੈ ਨਾ, ਪੰਜਾਬੀ ਫੋਕ 뮤직 ਟਾਈਪ। ਜੀ ਜਿਹੜਾ ਮਰਜ਼ੀ ਸੁਣਾ। ਜੀ ਮੈਂ ਤਾਂ ਸੁਣਾਉਣੀ ਆ। ਹੋ ਰੱਤੀ ਤੇਰੀ, ਹਾਂ ਹੋ ਰੱਤੀ ਤੇਰੀ ਤੇ ਢੋਲ ਮੇਰੇ ਲੁੰਗੀ ਓਏ, ਵਟ ਪਵਾਉਣੀਆਂ ਮੈਂ ਰੇਸ਼ਮ ਦੀਆਂ ਡੋਰਾਂ, ਵੇ ਕੋਈ ਆਉਂਦਾ ਆਉਂਦਾ ਅੱਖੋਂ ਲੈ ਹੋ ਗਿਆ, ਵੇ ਕੋਈ ਆਉਂਦਾ ਆਉਂਦਾ ਤੇਰੀ ਸੋਹ ਆਉਂਦਾ ਆਉਂਦਾ ਅੱਖੋਂ ਲੈ ਹੋ ਗਿਆ, ਵੇ ਮੈਂ ਦੂਰ ਤੋਂ ਪਛਾਣਦੀਆਂ ਤੋਰਾਂ। मेरे साह रोक के मैं क्या बात है ਐਸ਼ਲੀ ਨੇ ਯਾਰ, ਯੂ ਆਰ ਸੁਪਰ ਟੈਲੈਂਟਡ। ਤੇ ਮੈਨੂੰ ਲੱਗਦਾ ਐਦਾਂ ਹੀ ਤੁਸੀਂ ਬਹੁਤ ਸੋਹਣਾ ਸੋਹਣਾ 뮤직 ਕ੍ਰੀਏਟ ਕਰਦੇ ਰਹੋ, ਗਾਉਂਦੇ ਰਹੋ, ਬਣਾਉਂਦੇ ਰਹੋ, ਹੈ ਨਾ। ਤੇ ਮੈਨੂੰ ਲੱਗਦਾ ਰੱਬ ਦੀ ਮਿਹਰ ਹੈ ਤੁਹਾਡੇ ਉੱਤੇ ਵੀ, ਤੇ ਸੰਦੀਪ ਤੁਸੀਂ ਵੀ ਐਦਾਂ ਹੀ ਸਾਰਿਆਂ ਦੀ ਹੈਲਪ ਕਰਦੇ ਰਹੋ। ਤੇ ਤੁਹਾਡਾ ਜੋ ਸਪੋਕਨ ਵਰਡ ਹੈ ਮੈਨੂੰ ਲੱਗਦਾ ਉਹ ਵੀ ਧੀਰੇ ਧੀਰੇ ਕਰਕੇ ਬਿਲਕੁਲ ਉਹਦਾ ਵੀ ਕੋਸ਼ਿਸ਼ ਜਾਰੀ, ਬਿਲਕੁਲ ਐਬਸੋਲੂਟਲੀ ਹੋਣਾ ਹੀ ਹੈ ਮੈਨੂੰ ਲੱਗਦਾ। ਕਿਉਂਕਿ ਜੇ ਤੁਸੀਂ ਲੱਗੇ ਹੋਏ ਹੋ ਨਾ, ਕਿੰਨੇ ਮੈਨੂੰ ਕਾਲਜ ਟਾਈਮ ਤੇ ਮੈਂ ਤੁਹਾਨੂੰ ਵੇਖਦੀ ਆ ਰਹੀ ਹਾਂ ਨਾ, ਐਂਡ ਇਟਸ ਬੀਨ 4-5 years we are in touch, and it's going to be amazing, I'm telling you. And thank you so much guys for connecting today. Thank you so much for coming here. We are glad कि ਆਪਾਂ ਤੁਹਾਡਾ ਇੰਟਰਵਿਊ ਕਰ ਪਾਏ ਹੈ ਨਾ।